ਕਾਨੂੰਨ ਤਾਂ ਪਹਿਲਾਂ ਵੀ ਕੋਈ ਮਾੜੇ ਨਹੀਂ ਸੀ, ਅੱਜ ਵੀ ਕੋਈ ਮਾੜੇ ਨਹੀਂ। ਸ਼ਾਇਦ ਮਤਲਬ ਕਿ ਆਪਸ ਵਿੱਚ ਕੋਈ ਇਹਨਾਂ ਦੀ ਮਿਸਅੰਡਰਸਟੈਂਡਿੰਗ ਹੋ ਗਈ ਹੈ। ਦੇਖੋ ਕਾਨੂੰਨ ਕਿੱਥੇ ਮਾੜੇ ਹੈ, ਅਸੀਂ ਕੀ ਚੀਜ਼ ਬਦਲੀ ਹੈ। ਦੇਖੋ ਸਾਰੀਆਂ ਸਟੇਟਾਂ ਜਿਹੜੀਆਂ ਹੈਗੀਆਂ ਸਹਿਮਤੀ ਦੇ ਰਹੀਆਂ ਕਿਸਾਨਾਂ ਨੂੰ, ਤੁਸੀਂ ਕਿਉਂ ਕਹਿ ਰਹੇ ਕਾਨੂੰਨ ਮਾੜੇ ਨਹੀਂ? ਤੁਸੀਂ ਕਹਿੰਦੇ ਪਏ ਹੋ ਕਾਨੂੰਨ ਸਾਰੇ ਸਹੀ ਹੈ, ਇਕੱਲੇ ਪੰਜਾਬ ਵਾਲੇ ਰੌਲਾ ਪਾਈ ਜਾਂਦੇ। ਹੁਣ ਤਾਂ ਹਿਮਾਚਲ ਵਾਲੇ ਨੇ ਕਹਿਤਾ ਬਸ 1 ਤਰੀਕ ਤੱਕ ਜੇ ਵਾਪਸ ਕਰਦੇ ਆ ਠੀਕ ਹੈ, ਨਹੀਂ ਅਸੀਂ ਵੀ ਪਹੁੰਚਦੇ ਹਾਂ। ਯੂਪੀ ਵਾਲੇ ਅਸੀਂ ਆਈ ਜਾਂਦੇ ਆ। ਫਿਰ ਇਹਦਾ ਮਤਲਬ ਵੀ ਪੰਜਾਬ ਵਾਲੇ ਪਾਗਲ ਸੀ, ਹੁਣ ਦੂਸਰੇ ਵੀ ਪਾਗਲ ਲੱਗਦੇ ਤੁਹਾਨੂੰ ਵੀ ਉਹ ਜਿਹੜੇ ਹੈਗੇ ਉਹ ਵੀ ਇਸ ਦੇ ਵਿਰੋਧ ਕਰਦੇ ਪਏ। ਪਹਿਲਾਂ ਝੋਨੇ ਦੀ ਕਟਾਈ ਹੋਈ, ਫਿਰ ਨਾਲ ਦੀ ਨਾਲ ਬਿਜਾਈ ਦਾ ਸਮਾਂ ਆ ਜਾਂਦਾ। ਅਸੀਂ ਬਿਜਾਈ ਕਿਸ ਢੰਗ ਨਾਲ ਕੀਤੀ ਇਹ ਸਾਡਾ ਕਿਸਾਨ ਜਾਣਦਾ। ਉਹਨਾਂ ਨੇ ਜਿਹੜੀ ਮੰਡੀਕਰਨ ਕੀਤਾ ਉਹ ਕਿਸ ਤਰ੍ਹਾਂ ਹੋਇਆ, ਉਹ ਮੰਡੀਕਰਨ ਦੇ ਬਾਰੇ ਕਿਸਾਨ ਜਾਣਦਾ ਕਿ ਉਹ ਕਿੰਨੇ ਮੁਸ਼ਕਲਾਂ ਨਾਲ ਆਪਦੀ ਫਸਲ ਨੂੰ ਸੰਭਾਲ ਕੇ ਆਇਆ। ਉਹ ਕੋਈ ਕਿਸਾਨ ਵਿਹਲਾ ਨਹੀਂ ਜਿਹੜਾ ਸੜਕਾਂ ਦੇ ਉੱਤੇ ਬੈਠਾ ਹੈ। ਕਿਸੇ ਨੇ ਪੰਪ ਦੇ ਅੱਗੇ ਧਰਨਾ ਦਿੱਤਾ, ਕਿਸੇ ਨੇ ਬੀਜੇਪੀ ਦੇ ਘਰ ਦੇ ਅੱਗੇ ਧਰਨਾ ਦਿੱਤਾ, ਉਹ ਸ਼ਹੀਦ ਹੋ ਗਏ, ਉਹਨਾਂ ਦੀਆਂ ਜਾਨਾਂ ਐਵੇਂ ਚਲੀਆਂ ਗਈਆਂ। ਉਹਦੇ ਬਾਰੇ ਕੀ ਕਹਿੰਦੇ ਤੁਸੀਂ? ਨਹੀਂ ਅਸੀਂ ਇਹ ਕਿਸਾਨ ਭਰਾਵਾਂ ਨੂੰ ਇੰਤਜ਼ਾਰ ਕਰ ਲੈਣਾ ਚਾਹੀਦਾ ਸੀ 3 ਦਸੰਬਰ ਦਾ। ਦੇਖੋ ਧਰਨੇ ਦਾ ਕੋਈ ਹੱਲ ਨਹੀਂ ਨਾ ਹੁੰਦਾ, ਹੱਲ ਤਾਂ ਟੇਬਲ ਟਾਕ ਹੀ ਹੈ। ਜਿੰਨਾ ਚਿਰ ਆਪਾਂ ਆਪਸ ਵਿੱਚ ਬੈਠਾਂਗੇ ਨਹੀਂ। ਸੈਂਟਰ ਸਰਕਾਰ ਦਾ ਤੁਹਾਨੂੰ ਇਹ ਤਾਂ ਲੱਗਦਾ ਨਾ ਵੀ ਕਿਤਨਾ ਕਿਤੇ ਸਰਕਾਰ, ਤੁਹਾਡੀ ਸਰਕਾਰ ਜਿਹੜੀ ਹੈਗੀ ਆ ਉਹ ਨਰਮ ਤਾਂ ਹੋਈ ਹੈ ਨਾ। ਪਹਿਲਾਂ ਤਾਂ ਸ਼ਰਤਾਂ ਰੱਖਦੀ, ਹੁਣ ਕਹਿੰਦੇ ਸਾਡੀ ਸ਼ਰਤ ਹੀ ਕੋਈ ਨਹੀਂ। ਦੀਵਾਲੀ ਇੱਕ ਸਾਡਾ ਸਭ ਧਰਮ ਦਾ ਸਾਂਝਾ ਤਿਉਹਾਰ ਆ, ਜਿਹਨੂੰ ਅਸੀਂ ਇਕੱਤਰ ਹੋ ਕੇ ਸਾਰੇ ਧਰਮ ਅਸੀਂ ਇਕੱਠੇ ਹੋ ਕੇ ਮਨਾਉਂਦੇ ਹਾਂ। ਸਾਡਾ ਉਹ ਜਿਹੜਾ ਤਿਉਹਾਰ ਸੀ ਸਾਡੇ ਕਿਸਾਨਾਂ ਦਾ, ਉਹ ਕਾਲੀ ਦੀਵਾਲੀ ਬਣ ਕੇ ਰਹਿ ਗਿਆ। ਸੈਂਟਰ ਸਰਕਾਰ ਦੇ ਜਿਹੜੇ ਦਿੱਗਜ ਨੇਤਾ ਨੇ ਕਿਹਾ ਵੀ ਅਸੀਂ ਹੁਣ ਮੀਟਿੰਗ ਕਰਨ ਲਈ ਤਿਆਰ ਹਾਂ। ਤੁਹਾਨੂੰ ਲੱਗਦਾ ਵੀ ਉਹਨਾਂ ਨੇ ਇਹ ਵੀ ਕਹਿਤਾ ਵੀ ਕੋਈ ਸ਼ਰਤ ਨਹੀਂ, ਪਹਿਲਾਂ ਤਾਂ ਸ਼ਰਤਾਂ ਰੱਖਦੇ ਸੀਗੇ, ਵੀ ਹੁਣ ਤੁਹਾਡੀਆਂ ਸਾਰੀਆਂ ਸ਼ਰਤਾਂ ਜਿਹੜੀਆਂ ਮੰਨ ਲੈਣਗੇ? ਲੱਗਦਾ ਤੁਹਾਨੂੰ ਮੰਨ ਲੈਣਗੇ? ਗਰਾਊਂਡ ਦੇ ਵਿੱਚ ਤਾਂ ਤੁਹਾਡੀ ਪਲਾਨਿੰਗ ਸੀਗੀ ਕਿਸਾਨ ਇੱਕ ਥਾਂ ਤੇ ਇਕੱਠੇ ਹੋ ਜਾਣਗੇ ਤੇ ਪੁਲਿਸ ਉਹਨਾਂ ਨੂੰ ਘੇਰਾ ਪੈ ਜੂ ਪਾਲੂ ਤੇ ਸਾਲ ਬੈਠੇ ਨਾ 2 ਸਾਲ ਬੈਠੇ ਨਾ ਕਿਸੇ ਨੂੰ ਬਾਹਰੋਂ ਅੰਦਰ ਆਉਣ ਦਾ, ਨਾ ਅੰਦਰੋਂ ਕਿਸੇ ਨੇ ਬਾਹਰ ਜਾਣਾ। ਕਿਸਾਨ ਕਹਿ ਰਹੇ ਇਹ ਪਲਾਨਿੰਗ ਸੀ ਤੁਹਾਡੀ। ਨਹੀਂ ਇਹ ਕਿਸਾਨ ਭਰਾਵਾਂ ਦੀ ਸੋਚ ਗਲਤ ਹੈ। ਇਹ ਸੈਂਟਰ ਸਰਕਾਰ ਹਮੇਸ਼ਾ ਕਿਸਾਨਾਂ ਦੇ ਹਿੱਤ ਵਿੱਚ ਰਹੀ ਹੈ। ਪ੍ਰਾਈਮ ਉਹਦੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਸੈਂਟਰ ਸਰਕਾਰ ਵੱਲੋਂ ਬੇਸ਼ੱਕ ਕਿਸਾਨਾਂ ਦੇ ਉੱਤੇ ਬਥੇਰਾ ਤਸ਼ੱਦਦ ਕੀਤਾ ਗਿਆ। ਹਰਿਆਣਾ ਜਾਂਦਿਆਂ ਵੀ ਉਹਨਾਂ ਤੇ ਪਾਣੀ ਦੀਆਂ ਬਸ਼ਾਰਾਂ ਪੂਰੀ ਠੰਡ ਦੇ ਵਿੱਚ ਮਾਰੀਆਂ ਗਈਆਂ, ਪਰ ਕਿਸਾਨਾਂ ਦਾ ਟਾਰਗੇਟ ਸੀ ਦਿੱਲੀ ਪਹੁੰਚਣਾ। ਦਿੱਲੀ ਪਹੁੰਚ ਗਏ। ਕਿਸੇ ਹੱਦ ਤੱਕ ਟਾਰਗੇਟ ਵੀ ਉਹਨਾਂ ਦਾ ਜਿਹੜਾ ਪੂਰਾ ਹੋਇਆ ਤੇ ਸੈਂਟਰ ਸਰਕਾਰ ਝੁਕਦੀ ਵੀ ਦਿਸ ਰਹੀ ਹੈ। ਗੱਲਬਾਤ ਕਰਦੇ ਹਾਂ ਅਸੀਂ ਕੋਟਕਪੂਰਾ ਦੇ ਸੁਨੀਤਾ ਗਰਗ ਦੇ ਅੱਗੇ ਕਿਸਾਨਾਂ ਵੱਲੋਂ ਲਾਇਆ ਗਿਆ ਧਰਨਾ, ਔਰ ਕਿਸਾਨ ਇੱਥੇ ਬੈਠੇ ਸੀ। ਨਾਲ ਗੱਲਬਾਤ ਕਰਦੇ ਹਾਂ ਕਿ ਕੋਟਕਪੂਰਾ ਦੇ ਕਿਸਾਨ ਦਿੱਲੀ ਦੇ ਵਿੱਚ ਕਿਸਾਨਾਂ ਵੱਲੋਂ ਸੰਘਰਸ਼ ਜੋ ਕਰ ਰਹੇ ਆ, ਇਹਨਾਂ ਦਾ ਕੀ ਕਹਿਣਾ ਤੁਹਾਡਾ ਜੋ ਇਹਦੇ ਬਾਰੇ? ਸਾਡਾ ਜੋ ਦਿੱਲੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਲੋਂ ਧਰਨਾ ਚੱਲ ਰਿਹਾ ਹੈ ਜੀ, ਉਹ ਸਾਡਾ ਪ੍ਰਧਾਨ ਸੂਬੇ ਦਾ ਜੋਗਿੰਦਰ ਸਿੰਘ ਅਗਰਾਹਾਂ ਨਾਲ ਅੰਮ੍ਰਿਤ ਸ਼ਾਹ ਦੀ ਗੱਲ ਹੋਈ ਸੀ ਜੀ, ਵੀ ਉਹ ਅਗਰਾਹਾਂ ਸਾਹਿਬ ਕਹਿੰਦੇ ਵੀ ਸਾਨੂੰ ਦੂਜਾ ਰਾਮਲੀਲਾ ਗਰਾਊਂਡ 'ਚ ਥਾਂ ਦਿੱਤਾ ਜਾਵੇ। ਅੰਮ੍ਰਿਤ ਸ਼ਾਹ ਕਹਿੰਦਾ ਵੀ ਬਰਾੜੀ ਮੰਡੀ ਤੁਹਾਨੂੰ ਦਿੱਤੀ ਆ, ਉੱਥੇ ਜਾ ਵੜੋ। ਉਹ ਕਹਿੰਦਾ ਵੀ ਉੱਥੇ ਤਾਂ ਸਾਡਾ ਨਹੀਂ ਜਾਣਾ, ਅਸੀਂ ਸਾਡਾ ਬੰਦ ਕੀਤਾ ਹੋਇਆ ਜੀ, ਉੱਥੇ ਅਸੀਂ ਨਹੀਂ ਜਾਣਾ। ਤਾਂ ਇਸ ਕਰਕੇ ਵੀ ਅਸੀਂ ਫਿਰ ਉਹ ਕਹਿੰਦਾ ਵੀ ਤੁਸੀਂ ਕਿੱਥੇ ਆ ਬੈਠੇ? ਉਹ ਕਹਿੰਦਾ ਅਸੀਂ ਤਾਂ ਬਹਾਦਰਗੜ੍ਹ ਬੈਠੇ ਆ ਜੀ। ਤਾਂ ਕਹਿੰਦਾ ਫਿਰ ਤੁਸੀਂ ਇੱਥੇ ਨਹੀਂ ਆਉਂਦੇ? ਉਹ ਕਹਿੰਦਾ 5-7 ਕਿਲੋਮੀਟਰ ਵਾਰਡ 'ਚ ਤਾਂ
ਅੱਗੇ ਹੀ ਜਾਮ ਹੈ ਤੇ ਸਾਡਾ 2 ਲੱਖ ਦਾ ਇਕੱਠ ਆ ਤਾਂ 5000 ਟਰੈਕਟਰ ਆ ਤਾਂ ਸਾਡੇ ਕਿਤੇ ਖੜਨ ਨੂੰ ਥਾਂ ਵੀ ਹੈ ਨਹੀਂ। ਅਸੀਂ ਤਾਂ ਥਾਂ ਮੰਗਦੇ ਆ, ਜਿੰਨਾ ਚਿਰ ਥਾਂ ਨਹੀਂ ਸਾਨੂੰ ਮਿਲਦਾ ਉਹਨਾਂ ਚਿਰ ਅਸੀਂ ਬਹਾਦਰਗੜ੍ਹ ਹੀ ਡੇਰੇ ਲਾਵਾਂਗੇ, ਬਹਾਦਰਗੜ੍ਹ ਹੀ ਜਾਮ ਕਰਾਂਗੇ। ਉਦੋਂ ਅੱਗੇ ਇਹ ਗੱਲ ਹੋਈ ਵੀ ਜੇ ਭਲਾ ਸਰਕਾਰ ਕੋਈ ਗੱਲ ਕਰਦੀ ਆ ਤਾਂ ਉਸ ਫੈਸਲੇ ਤੇ ਤੁਸੀਂ ਰਾਜੀ ਆ? ਉਹ ਕਹਿੰਦਾ ਹਾਂ, ਅਗਰਾਹਾਂ ਸਾਹਿਬ ਕਹਿੰਦਾ ਵੀ ਜੇ ਇਹ ਸਾਰੇ ਕਾਨੂੰਨ ਰੱਦ ਕਰਦੇ ਪਾੜਦੇ ਤਾਂ ਅਸੀਂ ਬਹਾਦਰਗੜ੍ਹ ਤੋਂ ਹੀ ਵਾਪਸ ਮੁੜ ਜਾਾਂਗੇ, ਅਸੀਂ ਕੀ ਦਿੱਲੀ ਲੈ ਕੇ ਲੈਣ ਜਾਣਾ ਹੈ। ਤਾਂ ਸਾਡੀ ਰੌਲਾ ਕਾਨੂੰਨਾਂ ਨਾਲ, ਸਾਡਾ ਦਿੱਲੀ ਨਾਲ ਕੋਈ ਰੌਲਾ ਨਹੀਂ, ਇਸ ਕਰਕੇ ਵੀ ਅਸੀਂ ਬਹਾਦਰਗੜ੍ਹੋਂ ਹੀ ਮੁੜ ਜਾਾਂਗੇ। ਸੋ ਇਸ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਪਹਿਲਾਂ ਜਿਹੜੀ ਸੈਂਟਰ ਸਰਕਾਰ ਹੈ ਉਹਦਾ ਰਵੱਈਆ ਜਿਹੜਾ ਹੈਗਾ ਬੜਾ ਔਖਾ ਸੀਗਾ, ਤੁਹਾਨੂੰ ਵੀ ਪਤਾ ਕਿ ਹਰੇਕ ਗੱਲ ਤੇ ਉਹ ਸ਼ਰਤ ਰੱਖਦੇ ਸੀਗੇ। ਹੁਣ ਸਪੈਸ਼ਲ ਉਹਨਾਂ ਨੇ ਫੋਨ ਕੀਤਾ ਤੁਹਾਡੀ ਜਥੇਬੰਦੀਆਂ ਨੂੰ, ਉਹ ਕਿਹਾ ਗਿਆ ਕਿ ਸਾਡੀ ਕੋਈ ਸ਼ਰਤ ਨਹੀਂ, ਤੁਸੀਂ ਆ ਜਾਓ, ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਕੀ ਲੱਗਦਾ ਤੁਹਾਨੂੰ ਕਿ ਜਦ ਗੱਲ ਪਹਿਲਾਂ ਹੀ ਮੰਨ ਲੈਂਦੇ ਤੇ ਕਿਸਾਨਾਂ ਤੇ ਇੰਨਾ ਜਿਹੜਾ ਤਸ਼ੱਦਦ ਹੋਇਆ ਸ਼ਾਇਦ ਉਹ ਵੀ ਨਾ ਹੁੰਦਾ? BKU ਅਗਰਾਹਾਂ ਜੋ ਸਾਡੇ ਸੂਬਾ ਪ੍ਰਧਾਨ ਸ਼੍ਰੀਮਾਨ ਜੋਗਿੰਦਰ ਸਿੰਘ ਜੀ, ਉਹਨਾਂ ਤੋਂ ਵੱਲੋਂ ਪਹਿਲਾਂ ਵੀ ਕਈ ਵਾਰੀ ਜਦੋਂ ਗੱਲਬਾਤ ਹੋਈ, ਗੱਲਬਾਤ ਦੇ ਵਿੱਚ ਗਏ ਸੀ ਤਾਂ ਜੋ 31 ਜਥੇਬੰਦੀਆਂ ਇਕੱਤਰ ਹੋ ਕੇ ਜੋ ਵੀ ਗੱਲਬਾਤ ਲਈ ਚੱਲਦੀਆਂ ਸੀ ਤਾਂ ਇੱਕੋ ਹੀ ਗੱਲ ਹੁੰਦੀ ਸੀ ਵੀ ਜੋ ਕਾਨੂੰਨ ਬਣੇ ਆ, ਜੋ ਬਿੱਲ ਸੀਗੇ ਕਾਨੂੰਨ ਬਣ ਗਏ, ਉਹਨਾਂ ਦੇ ਵਿੱਚ ਇਹਨਾਂ ਨੇ ਇੱਕ ਪਰਾਲੀ ਸਾੜਨ ਨੂੰ ਲੈ ਕੇ ਵੀ ਕਾਨੂੰਨ ਲਾਗੂ ਕੀਤਾ ਜੀ। 4 ਕਾਨੂੰਨ ਹੋ ਗਏ ਇਹ ਜੀ। ਤਾਂ ਅਸੀਂ ਇਹੀ ਚਾਹੁੰਦੇ ਸੀ ਵੀ ਜਿਹੜੇ ਕਾਨੂੰਨ ਵਾਪਸ ਲਏ ਜਾਣ। ਇਸੇ ਕਰਕੇ ਅਸੀਂ ਬੈਠੇ ਸੀ, ਜੋ ਧਰਨੇ ਸਾਡੇ ਚੱਲਦੇ ਆ ਟੋਲ ਪਲਾਜ਼ਿਆਂ 'ਤੇ ਜਾਂ ਸਾਡੇ BJP ਦੇ ਆਗੂਆਂ ਦੇ ਜਿੱਥੇ ਵੀ ਅਸੀਂ ਧਰਨੇ ਚਲਾਏ ਆ, ਉਹ ਅਸੀਂ ਇਹ ਕਾਨੂੰਨ ਵਾਪਸ ਲਈ ਚਲਾਏ ਸੀ। ਜੇਕਰ ਉਦੋਂ ਹੀ ਪਹਿਲਾਂ ਜੋ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਵਾਪਸ ਲਏ ਜਾਂਦੇ ਤਾਂ ਨਾਲੇ ਤਾਂ ਕਿਸਾਨ ਨੂੰ ਇੰਨਾ ਮੁਸ਼ੱਕਤ ਨਹੀਂ ਕਰਨਾ ਪੈਂਦਾ ਸੀ ਦਿੱਲੀ ਜਾਣ ਦੇ ਖਾਤਰ, ਜਾਂ ਜੋ ਸਾਡੇ ਵੀਰ ਕਈ ਸ਼ਹੀਦ ਹੋ ਗਏ ਉਹਨਾਂ ਦੀਆਂ ਵਿਚਾਰਿਆਂ ਦੀਆਂ ਜਾਨਾਂ ਬਚ ਸਕਦੀਆਂ ਸੀਗੀਆਂ ਜੇਕਰ ਇਹ ਪਹਿਲਾਂ ਗੱਲ ਨੂੰ ਲੈ ਕੇ ਚੱਲਦੇ। ਇਹੀ ਸਵਾਲ ਮੇਰੇ ਦਿਮਾਗ 'ਚ ਆ ਰਿਹਾ ਸੀਗਾ, ਮੈਂ ਪੁੱਛ ਰਿਹਾ ਸੀ ਤੁਹਾਨੂੰ, ਪਰ ਤੁਸੀਂ ਪਹਿਲਾਂ ਹੀ ਬੋਲ ਪਏ ਹੋ। ਹਾਂਜੀ ਜੀ, ਕਿਉਂਕਿ ਜੀ ਜੋ ਅੱਜ ਸਾਡੇ ਨਾਲੋਂ ਵਿਛੜ ਗਏ, ਜਿਹੜੇ ਬੱਚਿਆਂ ਦੇ ਮਾਪੇ ਵਿਛੜ ਗਏ, ਉਹਨਾਂ ਨੂੰ ਵੀ ਤਾਂ ਦੁੱਖ ਆ, ਪਰ ਦੁੱਖ ਸਾਨੂੰ ਵੀ ਉਹਨਾਂ ਦੇ ਨਾਲ ਆ ਕਿਉਂਕਿ ਸਾਡੇ ਸਾਥੀ ਸੀਗੇ ਜੀ। ਤਾਂ ਅਸੀਂ ਅੱਜ ਵੀ ਆਨੇ ਆ ਵੀ ਹਜੇ ਜੋ ਕੁਛ ਇਕੱਠ ਚੱਲ ਰਿਹਾ ਉਹ ਇਸੇ ਕਰਕੇ ਚੱਲ ਰਿਹਾ ਕਿ ਆਰਡੀਨੈਂਸ ਵਾਪਸ ਨਹੀਂ ਹੋਏ। ਗੱਲਬਾਤ ਹੀ ਕਰਨੀ ਗੱਲ ਕਰਦੇ ਆ ਪਰ ਹਜੇ ਵਾਪਸ ਤਾਂ ਨਹੀਂ ਨਾ ਹੋਏ। ਜਦੋਂ ਤੱਕ ਵਾਪਸ ਨਹੀਂ ਹੁੰਦੇ ਉਹਦੇ 'ਤੇ ਘਰਾਸੀ ਵੀ ਵਾਪਸ ਨਹੀਂ ਆਉਂਦੇ। ਹਾਂਜੀ, ਅਸੀਂ ਇਸੇ ਕਰਕੇ ਜੋ ਅੱਜ ਚੱਲ ਰਿਹਾ ਸਾਡੇ ਸੰਘਰਸ਼ ਇਹ ਹੀ ਚੱਲਣਗੇ। ਹੁਣ ਕੀ ਲੱਗਦਾ ਵੀ ਤੁਹਾਨੂੰ ਜੋ ਟਾਰਗੇਟ ਜਿਹੜਾ ਤੁਹਾਡਾ ਸੀਗਾ ਉਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਹੁਣ ਉਹ ਸਹੀ ਜਾ ਰਿਹਾ, ਤੇ ਕੀ ਲੱਗਦਾ ਤੁਹਾਡੀਆਂ ਜਿਹੜੀਆਂ ਹੈਗੀਆਂ ਸ਼ਰਤਾਂ ਮੰਨੀ ਜਾਣੀਆਂ? ਬੇਸ਼ੱਕ ਉਹਨਾਂ ਨੇ ਕਹਿਤਾ ਵੀ ਸਾਡੀ ਸ਼ਰਤ ਕੋਈ ਨਹੀਂ, ਹੁਣ ਲੱਗਦਾ ਵੀ ਹੁਣ ਉਹ ਦਿੱਲੀ ਦੇ ਗੱਲ ਦੇ ਵਿੱਚ ਅੰਗੂਠਾ ਦੇਤਾ ਕਿਸਾਨਾਂ ਨੇ ਵੀ ਹੁਣ ਉਹ ਕਹਿ ਰਹੇ ਵੀ ਸਾਡੀ ਕੋਈ ਸ਼ਰਤ ਨਹੀਂ, ਤੁਸੀਂ ਦੱਸੋ ਤੁਸੀਂ ਚਾਹੁੰਦੇ ਕੀ ਹੋ? ਦੇਖੋ ਜੀ, ਪਹਿਲਾਂ ਕਿੰਨੇ ਵਾਰ ਮੀਟਿੰਗ ਹੋ ਚੁੱਕੀ ਆ, ਉਦੋਂ ਵੀ ਤਾਂ ਮਨਾਂ ਦੇ ਵਿੱਚ ਇਹੀ ਗੱਲ ਹੁੰਦੀ ਸੀਗੀ ਵੀ ਗੱਲ ਮੰਨੀ ਜਾਊਗੀ, ਤੇ ਜਿਹਦੇ ਵਿੱਚ ਹੋਇਆ ਕਿ ਹਜੇ ਤੱਕ ਨਹੀਂ ਲੱਗਦਾ ਵੀ ਪਹਿਲਾਂ ਵੀ ਬੇਸਿੱਟਾ ਹੀ ਜੋ ਮੀਟਿੰਗਾਂ ਹੋਈਆਂ ਬੇਸਿੱਟਾ ਹੀ ਨਿਕਲੀਆਂ, ਤਾਂ ਹਜੇ ਤੱਕ ਤਾਂ ਇਸ ਤਰ੍ਹਾਂ ਹੀ ਲੱਗਦਾ ਵੀ ਬੇਸਿੱਟਾ ਹੋਊਗੇ। ਤੇ ਦੂਸਰੇ ਪਾਸੇ ਅਸੀਂ ਦੇਖਣ ਨੂੰ ਸਾਨੂੰ ਕੀ ਮਿਲਦਾ ਕਿ ਜਦੋਂ ਕਿਸਾਨਾਂ ਨੇ ਕਿਹਾ ਸੀ ਵੀ ਅਸੀਂ ਰੇਲਵੇ ਟਰੈਕ ਤੋਂ ਉੱਠ ਕੇ ਪਾਸੇ ਹੋ ਗਏ ਆ ਤਾਂ ਮਾਲ ਗੱਡੀਆਂ ਚਲਾਈਆਂ ਜਾਣ, ਤਾਂ ਇਹਨਾਂ ਨੇ ਨਾਲ ਸਵਾਲ ਖੜਾ ਕੀਤਾ ਸੀ ਯਾਤਰੂ ਗੱਡੀਆਂ ਚਲਾਈਆਂ ਜਾਣ। ਚਲੋ ਯਾਤਰੂ ਗੱਡੀਆਂ ਦਾ ਵੀ ਹਾਮੀ ਭਰਤੀ ਕਿਸਾਨ ਜਥੇਬੰਦੀਆਂ ਨੇ, ਤਾਂ ਉਹ 'ਚ ਦੇਖਣ ਨੂੰ ਕੀ ਮਿਲਿਆ? ਅੱਜ ਕਿਸਾਨ ਨੂੰ ਜੋ ਕਣਕ ਦੀ ਬਿਜਾਈ ਹੋ ਚੁੱਕੀ ਆ, ਅੱਗੇ ਪਾਣੀ ਲਾਉਣ ਦਾ ਸਮਾਂ ਆ ਗਿਆ, ਯੂਰੀਆ ਖਾਦ ਪਾਉਣ ਦਾ ਸਮਾਂ ਆ ਗਿਆ, ਤਾਂ 1-2 ਰੈਕ ਲਾ ਕੇ ਉਸ ਤੋਂ ਬਾਅਦ ਕੋਈ ਰੈਕ ਨਹੀਂ ਲੱਗਿਆ। ਜੇ ਕੋਈ ਰੈਕ ਲੱਗੇ ਆ ਤਾਂ ਉਹ ਹਜੇ ਤੱਕ ਕਿਸਾਨ ਨੂੰ ਯੂਰੀਆ ਨਹੀਂ ਮਿਲੀ, ਤਾਂ ਲੱਗਦਾ ਇਸ ਤਰ੍ਹਾਂ ਕਿ ਵੀ ਹਜੇ ਤੱਕ ਮੈਨੂੰ ਲੱਗਦਾ ਵੀ ਵੱਡੇ ਸੰਘਰਸ਼ ਹੋਰ ਵਿੱਢਣੇ ਪੈਣੇ ਆ ਸਾਨੂੰ ਵੀ ਇੱਧਰ ਪਿੱਛੇ, ਜੇਕਰ ਸਾਨੂੰ ਯੂਰੀਆ ਦਾ ਵੀ ਮਸਲਾ ਨਾ ਸਾਡਾ ਹੱਲ ਹੋਇਆ। ਤੁਹਾਨੂੰ ਤੁਸੀਂ ਕਿਵੇਂ ਦੇਖਦੇ ਹੋ? ਪਰ ਤੁਹਾਨੂੰ ਜਾਣ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਫਿਰ ਇਹਦੇ ਵਿੱਚ ਤਾਂ ਇਹੀ ਹੈ, ਅਸੀਂ ਤਾਂ ਇਹੀ ਕਹਾਂਗੇ ਸਾਨੂੰ ਖੱਜਲ ਖੁਆਰੀ ਕੀਤਾ ਜਾਂਦਾ, ਹੋਰ ਕੀ ਇਹਦੇ ਵਿੱਚ? ਕਿਉਂਕਿ ਅਸੀਂ ਦੇਖੋ ਅੱਜ ਪਹਿਲਾਂ ਝੋਨੇ ਦੀ ਕਟਾਈ ਹੋਈ, ਫਿਰ ਨਾਲ ਦੀ ਨਾਲ ਬਿਜਾਈ ਦਾ ਸਮਾਂ ਆ ਜਾਂਦਾ। ਅਸੀਂ ਬਿਜਾਈ ਕਿਸ ਢੰਗ ਨਾਲ ਕੀਤੀ ਇਹ ਸਾਡਾ ਕਿਸਾਨ ਜਾਣਦਾ। ਉਹਨਾਂ ਨੇ ਜਿਹੜੀ ਮੰਡੀਕਰਨ ਕੀਤਾ ਉਹ ਕਿਸ ਤਰ੍ਹਾਂ ਹੋਇਆ, ਉਹ ਮੰਡੀਕਰਨ ਦੇ ਬਾਰੇ ਕਿਸਾਨ ਜਾਣਦਾ ਕਿ ਉਹ ਕਿੰਨੇ ਮੁਸ਼ਕਲਾਂ ਨਾਲ ਆਪਦੀ ਫਸਲ ਨੂੰ ਸੰਭਾਲ ਕੇ ਆਇਆ। ਉਹ ਕੋਈ ਕਿਸਾਨ ਵਿਹਲਾ ਨਹੀਂ ਜਿਹੜਾ ਸੜਕਾਂ ਦੇ ਉੱਤੇ ਬੈਠਾ। ਅੱਜ ਠੰਡ ਦਾ ਸਮਾਂ ਆ ਗਿਆ, ਇਹ ਜੋ ਵੀ ਰਾਜਨੀਤਿਕ ਲੋਕ ਆ ਇਹ ਆਪਣੇ ਕਮਰਿਆਂ ਦੇ ਵਿੱਚ ਪਏ ਆ। ਕਿਸਾਨ ਵਿਚਾਰਾ ਕਿਤੇ ਤਾਂ ਇਹਨਾਂ ਨੂੰ ਅੱਜ ਬਹਿਣਾ ਪਿਆ ਸੜਕਾਂ ਦੇ ਉੱਤੇ, ਪਰ ਦੇਖਿਆ ਜਾਵੇ
ਗਊ ਸੈਸ ਦੇ ਨਾਂ ਤੇ ਸਾਥੋਂ ਬਿੱਲਾਂ ਦੇ ਵਿੱਚ ਕੁਛ ਟੈਕਸ ਲਿਆ ਜਾਂਦਾ, ਗਊ ਸੈਸ ਲਿਆ ਜਾਂਦਾ, ਤਾਂ ਸਾਨੂੰ ਦੂਸਰੇ ਪਾਸੇ ਜਿਹੜੇ ਸਾਡੇ ਪਸ਼ੂ ਵਾਰਾ ਫਿਰਦੇ ਆ ਤਾਂ ਪਸ਼ੂਆਂ ਦੀ ਰਾਖੀ ਵੀ ਕਿਸਾਨਾਂ ਨੂੰ ਇਹਨਾਂ ਠੰਡਾਂ ਦੇ ਵਿੱਚ ਹੀ ਰਹਿਣਾ ਪੈਣਾ। ਹੁਣ ਅਸੀਂ ਆਪਦੀ ਖੇਤੀ ਬਚਾਉਣ ਲਈ ਖੇਤਾਂ ਦੇ ਵਿੱਚ ਬੈਠੀਏ ਕਿ ਸੜਕਾਂ ਤੇ ਬੈਠੀਏ, ਤਾਂ ਸਾਨੂੰ ਇੱਕ ਅਸੀਂ ਇਸ ਦੇਸ਼ ਨੂੰ ਬਚਾਉਣ ਦੀ ਖਾਤਰ ਜੋ ਕੁਛ ਸੰਘਰਸ਼ ਵਿੱਢੇ ਆ, ਅਸੀਂ ਦੇਸ਼ ਬਚਾਉਣ ਦੀ ਖਾਤਰ ਸੰਘਰਸ਼ ਵਿੱਢੇ ਆ। ਤੁਸੀਂ ਦੀਵਾਲੀ ਵੀ ਜਿਹੜੀ ਹੈਗੀ ਉਹ ਸੜਕਾਂ ਤੇ ਟਪਾਈ ਆ, ਤੁਸੀਂ ਸੰਘਰਸ਼ ਵੀ ਲੰਮਾ ਜਿਹੜਾ ਵਿੱਢ ਲਿਆ। ਤੁਹਾਨੂੰ ਲੱਗਦਾ ਨਹੀਂ ਸੀਗਾ ਕਿਉਂਕਿ ਤੁਹਾਨੂੰ ਪਹਿਲਾਂ ਅਸੀਂ ਸ਼ਾਇਦ ਜਿਹੜੀ ਸੈਂਟਰ ਸਰਕਾਰ ਮੰਨ ਜੂਗੀ, ਪਰ ਤੁਹਾਨੂੰ ਲੱਗਦਾ ਨਹੀਂ ਜੇ ਪਹਿਲਾਂ ਤੁਸੀਂ ਗੱਲ ਦੇ ਵਿੱਚ ਅੰਗੂਠਾ ਦਿੱਤਾ ਹੁੰਦਾ ਤੇ ਸ਼ਾਇਦ ਇਹ ਜਲਦੀ ਇੱਕ ਪਾਸਾ ਲੱਗ ਜਾਂਦਾ ਗੱਲ ਦਾ? ਦੇਖੋ ਜੀ, ਇਹਦੇ ਵਿੱਚ ਤਾਂ ਆਪਾਂ ਠੀਕ ਆ ਵੀ ਕਹਿ ਸਕਦੇ, ਜਿਵੇਂ ਤੁਸੀਂ ਸਾਨੂੰ ਪੁੱਛਦੇ ਹੋ ਵੀ ਗੱਲ 'ਚ ਅੰਗੂਠਾ ਪਹਿਲਾਂ ਦੇ ਸਕਦੇ ਸੀ, ਅਸੀਂ ਦਿੱਲੀ ਉਹਦੇ ਵੀ ਜਾ ਸਕਦੇ, ਸਾਨੂੰ ਦਿੰਦੀ ਸੀ ਦਿੱਲੀ, ਕਿਤੇ ਦੂਰ ਨਹੀਂ ਸੀ, ਪਰ ਉਹਦੇ ਵਿੱਚ ਕੀ ਸਾਡੀ ਫਸਲ ਸਾਂਭਣ ਵਾਲੀ ਸੀ। ਅਤੇ ਦੂਸਰੇ ਪਾਸੇ ਤੁਸੀਂ ਸਾਡੇ ਨਾਲ ਗੱਲ ਕਰਦੇ ਹੋ ਵੀ ਦੀਵਾਲੀ ਦੀ। ਦੀਵਾਲੀ ਇੱਕ ਸਾਡਾ ਸਭ ਧਰਮ ਦਾ ਸਾਂਝਾ ਤਿਉਹਾਰ ਆ, ਜਿਹਨੂੰ ਅਸੀਂ ਇਕੱਤਰ ਹੋ ਕੇ ਸਾਰੇ ਧਰਮ ਅਸੀਂ ਇਕੱਠੇ ਹੋ ਕੇ ਮਨਾਉਂਦੇ ਹਾਂ। ਸਾਡਾ ਉਹ ਜਿਹੜਾ ਤਿਉਹਾਰ ਸੀ ਸਾਡੇ ਕਿਸਾਨਾਂ ਦਾ, ਉਹ ਕਾਲੀ ਦੀਵਾਲੀ ਬਣ ਕੇ ਰਹਿ ਗਿਆ। ਅਤੇ ਦੂਸਰੇ ਪਾਸੇ ਦੇਖੀਏ, ਅੱਜ ਜੋ ਪਹਿਲੇ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅੱਜ ਗੁਰਪੁਰਬ ਸੀਗਾ, ਤਾਂ ਸਾਨੂੰ ਉਹ ਵੀ ਸੜਕਾਂ 'ਤੇ ਜਿਵੇਂ ਮੇਰੇ ਵੀਰ ਜੀ ਸੁਖਦੇਵ ਜੀ ਨੇ ਦੱਸਿਆ ਕਿ ਬਹਾਦਰਗੜ੍ਹ ਬੈਠੇ ਨੇ ਕਿਸਾਨ, ਅਤੇ ਕੁਛ ਅੱਗੇ ਹੋਰ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਨੇ, ਅਤੇ ਦੇਖੋ ਉਹਨਾਂ ਨੂੰ ਅੱਜ ਸਾਡੇ ਪਹਿਲੇ ਪਾਤਸ਼ਾਹੀ ਦਾ ਜਿਹੜਾ ਦਿਹਾੜਾ ਮਨਾਉਣ ਦੀ ਖਾਤਰ ਵੀ ਸਾਨੂੰ ਸੜਕਾਂ 'ਤੇ ਬੈਠਣਾ ਪਿਆ। ਤੁਹਾਨੂੰ ਨਹੀਂ ਲੱਗਦਾ ਵੀ ਅੱਜ ਸੱਚੇ ਪਾਤਸ਼ਾਹ ਦਾ ਦਿਨ ਹੈ ਅਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਕਿਸਾਨਾਂ ਦਾ ਆਸ਼ੀਰਵਾਦ ਰਿਹਾ, ਅਤੇ ਅੱਜ ਹੀ ਜਿਹੜੀ ਹੈਗੀ ਸੈਂਟਰ ਸਰਕਾਰ ਜਿਹੜੀ ਹੈਗੀ ਹੈ ਭਿਆਨ ਕਰ ਗਈ ਹੈ? ਦੇਖੋ ਜੀ, ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਜਿਹੜਾ ਸਾਡਾ ਆਰਡੀਨੈਂਸ ਹੈ ਉਹ ਸਾਡੇ 'ਤੇ ਲਾਗੂ ਕੀਤੇ ਵਾਪਸ ਕੀਤੇ ਜਾਣ। ਜੋ ਦੇਖੋ ਦਿੱਲੀ ਜਾਣ ਲਈ ਤਸ਼ੱਦਦ ਕੀਤਾ, ਪਾਣੀ ਦੀਆਂ ਬੁਛਾੜਾਂ ਮਾਰੀਆਂ, ਪੱਥਰ ਲਾਏ, ਭਾਰੇ ਵਾਹਨ ਜਿਹੜੇ ਸੀ ਉਹ ਸਾਡੇ ਅੱਗੇ ਖਿਲਾਰੇ ਗਏ, ਮਿੱਟੀ ਦੇ ਵੱਡੇ ਵੱਡੇ ਢੇਰ ਇਕੱਠੇ ਕਰਕੇ ਕੀਤੇ ਗਏ। ਪਰ ਦੇਖੋ ਦੂਸਰੇ ਪਾਸੇ ਇੱਕ ਕਿਸਾਨ ਆਪਦੇ ਜ਼ਬਰ ਜੋਸ਼ ਨਾਲ ਉਹਨਾਂ ਨੂੰ ਤੋੜਦਾ ਹੋਇਆ ਦਿੱਲੀ ਗਿਆ। ਕਿਸਾਨ ਨੂੰ ਕੀ ਲੋੜ ਪਈ ਸੀ? ਕਿਸਾਨ ਨੂੰ ਤਾਂ ਹੀ ਲੋੜ ਪਈ ਨਾ ਜੇ ਆਰਡੀਨੈਂਸ ਐਡਾ ਜ਼ੁਲਮ ਕੀਤਾ ਕਿਸਾਨ 'ਤੇ, ਇੱਕ ਜੁਰਮ ਮੰਨਾਂਗੇ। ਸੈਂਟਰ ਸਰਕਾਰ ਦੇ ਜਿਹੜੇ ਦਿੱਗਜ ਨੇਤਾ ਨੇ ਕਿਹਾ ਵੀ ਅਸੀਂ ਹੁਣ ਮੀਟਿੰਗ ਕਰਨ ਲਈ ਤਿਆਰ ਹਾਂ। ਤੁਹਾਨੂੰ ਲੱਗਦਾ ਵੀ ਉਹਨਾਂ ਨੇ ਇਹ ਵੀ ਕਹਿਤਾ ਵੀ ਕੋਈ ਸ਼ਰਤ ਨਹੀਂ, ਪਹਿਲਾਂ ਤਾਂ ਸ਼ਰਤਾਂ ਰੱਖਦੇ ਸੀਗੇ ਵੀ ਹੁਣ ਤੁਹਾਡੀਆਂ ਸਾਰੀਆਂ ਸ਼ਰਤਾਂ ਜਿਹੜੀਆਂ ਮੰਨ ਲੈਣਗੇ? ਲੱਗਦਾ ਤੁਹਾਨੂੰ ਮੰਨ ਲੈਣਗੇ? ਦੇਖੋ ਜੀ, ਸਾਨੂੰ ਤਾਂ ਇਹ ਲੱਗਦਾ ਜਦੋਂ ਤੱਕ ਜੋ ਪਿਛਲੀਆਂ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਤਾਂ ਸਿਰਫ ਸਾਨੂੰ ਇੱਕ ਜਿਵੇਂ ਸਮਝਾਉਣ ਦੀ ਗੱਲ ਹੀ ਕਰੀ ਜਾਂਦੇ ਆ ਵੀ ਤੁਸੀਂ ਸਮਝ ਨਹੀਂ ਰਹੇ। ਅਸੀਂ ਸੋਚਦੇ ਹਾਂ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ। ਜੇ ਇਹ ਸੋਚਦਾ ਵੀ ਜਿਵੇਂ ਅਹਿਮਦ ਸ਼ਾਹ ਵਰਗੇ ਆ ਕਹਿੰਦੇ ਆ ਜੀ ਕਿਸਾਨ ਨੂੰ, ਜਾਂ ਆਪਣਾ ਨਰਿੰਦਰ ਤੋਮਰ ਜੀ ਵਰਗੇ ਕਹਿੰਦੇ ਆ ਵੀ ਅਸੀਂ ਕਿਸਾਨਾਂ ਨੂੰ ਸਮਝਾਉਣੇ ਆ, ਅਤੇ ਕਿਸਾਨ ਵੀ ਤਾਂ ਤੁਹਾਨੂੰ ਦੱਸਦੇ ਹੀ ਆ ਕੁਛ, ਉਹਨਾਂ ਦੀ ਗੱਲ ਨੂੰ ਵੀ ਥੋੜ੍ਹਾ ਸਮਝ ਲਓ। ਤੁਸੀਂ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਕਿ ਉਹ ਕਹਿਣ ਚਲੋ ਅਸੀਂ ਇੱਕ ਕਾਨੂੰਨ ਵਾਪਸ ਲੈ ਲੈਂਦੇ ਹਾਂ, ਕਿ ਇਹਦੇ ਨਾਲ ਜਿਹੜੇ ਤੁਹਾਡੇ ਜਥੇਬੰਦੀ ਦੇ ਜਿਹੜੇ ਲੀਡਰ ਹੈਗੇ ਉਹ ਐਗਰੀ ਹੋ ਜਾਣਗੇ ਕੋਈ ਇੱਕ ਕਾਨੂੰਨ ਹੀ ਵਾਪਸ ਲੈਂਦੇ ਆ ਤਾਂ? ਨਹੀਂ ਜੀ, ਸਾਡੇ ਜਿਹੜੇ ਕਾਨੂੰਨ ਕਿਸਾਨੀ 'ਤੇ ਲੱਗੇ ਨੇ ਉਹ ਅਸੀਂ ਸਾਰੇ ਵਾਪਸ ਕਰਾਉਣ ਦੀ ਖਾਤਰ ਐਡਾ ਸੰਘਰਸ਼ ਵਿੱਢਿਆ, ਐਡਾ ਇਕੱਠ ਸਾਨੂੰ ਕਰਨਾ ਪਿਆ। ਇੱਕ ਦੋ ਕਾਨੂੰਨਾਂ ਵਾਸਤੇ ਨਹੀਂ, ਅਸੀਂ ਸਾਰੇ ਜਿੰਨੇ ਸਾਡੇ ਕਾਨੂੰਨ ਨੇ 8 ਹੈ 10 ਆ ਜਿੰਨੇ ਵੀ ਹੋਣਗੇ ਅਸੀਂ ਸਾਰੇ ਵਾਪਸ ਕਰਵਾਉਣੇ। ਸੋ ਇਸ ਨੂੰ ਲੈ ਕੇ ਅਸੀਂ ਸੁਨੀਤਾ ਗਰਗ ਦੇ ਘਰ ਜਿਹੜੇ ਹੈਗੇ ਪੰਜਾਬ ਦੇ ਸੈਕਟਰੀ, ਉਹਨਾਂ ਦੇ ਘਰ ਅੱਗੇ ਇਹਨਾਂ ਨੇ ਧਰਨਾ ਦਿੱਤਾ ਆ। ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਤੁਹਾਡੀ ਸਰਕਾਰ ਵੱਲੋਂ ਜਿਹੜਾ ਇੱਕ ਦਾ ਕਹਿ ਸਕਦੇ ਹਾਂ ਕਿ ਭਿਆਂ ਕੀਤੀ ਗਈ ਆ, ਕਿਹਾ ਗਿਆ ਕਿ ਬਗੈਰ ਸ਼ਰਤ ਤੋਂ ਅਸੀਂ ਤੁਹਾਨੂੰ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ। ਅਤੇ ਸੁਨੀਤਾ ਗਰਗ ਜਿਹੜੇ ਹੈਗੇ ਪੰਜਾਬ ਦੇ ਜਿਹੜੇ ਸੈਕਟਰੀ ਹੈਗੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਕਿਸ ਤਰ੍ਹਾਂ ਦੇਖਦੇ ਆ ਕਿ ਵਾਕਈ ਜੋ ਸਰਕਾਰ ਨੇ ਇਹ ਕਿਹਾ ਕਿ ਅਸੀਂ ਬਗੈਰ ਸ਼ਰਤ ਤੋਂ ਐਗਰੀ ਹਾਂ, ਇਹਨਾਂ ਦਾ ਕੀ ਕਹਿਣਾ ਹੈ? ਤੁਸੀਂ ਕਹਿੰਦੇ ਸੀਗਾ ਕਾਨੂੰਨ ਬਹੁਤ ਵਧੀਆ, ਹੁਣ ਜਿਹੜੇ ਜਿੰਨੇ ਵੀ ਕਿਸਾਨ ਹੈਗੇ ਆ ਉਹਨਾਂ ਨੇ ਸੈਂਟਰ ਸਰਕਾਰ ਦੇ ਗੱਲ ਦੇ ਵਿੱਚ ਅੰਗੂਠਾ ਦੇਤਾ, ਜਾ ਕੇ ਸਾਰੀਆਂ ਸੜਕਾਂ ਰੋਕ ਲਈਆਂ। ਹੁਣ ਤੁਹਾਡੀ ਸਰਕਾਰ ਕਹਿੰਦੀ ਆ ਕਿ ਦੱਸੋ ਤੁਸੀਂ ਚਾਹੁੰਦੇ ਕੀ ਹੋ ਬਗੈਰ ਸ਼ਰਤ ਤੋਂ? ਕੀ ਕਹਿਣਾ ਤੁਸੀਂ ਇਹਦੇ ਬਾਰੇ? ਦੇਖੋ, ਸੈਂਟਰ ਸਰਕਾਰ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ, ਮਜ਼ਦੂਰ, ਵਪਾਰੀਆਂ ਦੀ ਹਿਤੈਸ਼ੀ ਸਰਕਾਰ ਰਹੀ ਹੈ। ਆਲਰੇਡੀ ਸੈਂਟਰ ਸਰਕਾਰ ਨੇ, ਜਦੋਂ ਤੁਹਾਨੂੰ ਪਤਾ ਹੈ ਪਹਿਲਾਂ 13 ਨਵੰਬਰ ਨੂੰ ਗੱਲਬਾਤ 7-8 ਘੰਟੇ ਹੋਈ ਸੀ, ਬਹੁਤ ਵਧੀਆ ਮਾਹੌਲ ਵਿੱਚ ਹੋਈ ਸੀ। ਉਦੋਂ ਗੱਲ ਇਹ ਸੈਟਿਸਫਾਈ ਸੀ ਕਿਸਾਨ ਭਰਾ ਵੀ, ਔਰ ਫਿਰ ਕਹਿ ਰਹੇ ਸੀ ਵੀ ਅਗਲੀ ਤਰੀਕ ਦਾ ਅਸੀਂ ਤੁਹਾਨੂੰ ਸੱਦਾ ਦੇਵਾਂਗੇ। ਆਲਰੇਡੀ 3 ਦਸੰਬਰ ਨੂੰ ਸੈਂਟਰ ਸਰਕਾਰ ਨੇ ਕਿਸਾਨ ਭਰਾਵਾਂ ਨੂੰ ਲਿਖਤੀ ਤੌਰ 'ਤੇ ਸੱਦਾ ਪੱਤਰ ਭੇਜਿਆ ਹੋਇਆ ਹੈ, ਔਰ ਕਿਸਾਨ ਭਰਾਵਾਂ ਨੂੰ ਵੀ ਉਡੀਕ ਕਰ ਲੈਣੀ ਚਾਹੀਦੀ ਸੀ। ਚਲੋ, ਜੇ ਉਡੀਕ ਨਹੀਂ ਵੀ ਕੀਤੀ, ਪਹੁੰਚ ਗਏ। ਹੁਣ ਵੀ ਸੈਂਟਰ ਸਰਕਾਰ ਹਮੇਸ਼ਾ ਚਾਹੁੰਦੀ ਹੈ
ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਖੁੱਲ੍ਹੇ ਮਨ ਦੇ ਨਾਲ ਟੈਲੀਫੋਨ ਤੇ ਗੱਲਬਾਤ ਕਰਨ ਲਈ ਇਹਨਾਂ ਨੂੰ ਕਿਹਾ ਹੈ, ਕਿਸਾਨ ਭਰਾਵਾਂ ਨੂੰ, ਔਰ ਕਿਸਾਨ ਭਰਾ ਵੀ ਗੱਲਬਾਤ ਕਰਨ ਲਈ ਰਾਜ਼ੀ ਨੇ। ਔਰ ਮੇਰਾ ਖਿਆਲ ਹੈ ਟੇਬਲ ਤੇ ਕੱਲ੍ਹ ਇਹ ਸਾਰਾ ਮਸਲਾ ਹੱਲ ਹੋ ਜਾਵੇਗਾ। ਹੱਲ ਤਾਂ ਹੋ ਜਾਊਗਾ। ਦੇਖੋ, ਪਹਿਲਾਂ ਤੁਹਾਡੀ ਸਰਕਾਰ ਵੱਲੋਂ ਬੜੀਆਂ ਸ਼ਰਤਾਂ ਰੱਖੀਆਂ ਗਈਆਂ ਸੀ ਕਿ ਬਰਾੜੀ ਚੱਲੋ, ਫਿਰ ਅਸੀਂ ਵੇਖਦੇ ਹਾਂ, ਕੱਲ੍ਹ ਆਉਂਦੇ ਹਾਂ ਕਿ ਪਰਸੋਂ ਆਉਂਦੇ ਹਾਂ, ਪਰ ਹੁਣ ਕਹਿੰਦੇ ਜੀ ਜਿੱਥੇ ਤੁਸੀਂ ਬੈਠੇ ਅਸੀਂ ਆਉਣ ਨੂੰ ਤਿਆਰ ਹਾਂ। ਕੀ ਲੱਗਦਾ ਨਹੀਂ ਫਿਰ ਵਾਕਈ ਕਿਸਾਨਾਂ ਨੇ ਤਾਂ ਗਲ 'ਚ ਅੰਗੂਠਾ ਦਿੱਤਾ ਤੇ ਹੁਣ ਉਹਨਾਂ ਨੇ ਕਿਹਾ ਜਿੱਥੇ ਤੁਸੀਂ ਬੈਠੇ ਅਸੀਂ ਆਉਣ ਨੂੰ ਤਿਆਰ ਹਾਂ? ਨਹੀਂ, ਐਸੀ ਕੋਈ ਗੱਲ ਨਹੀਂ ਹੈ। ਉਹ ਪਹਿਲਾਂ ਵੀ ਅਸੀਂ ਜੋ ਬਰਾੜੀ ਵਾਸਤੇ ਕਿਹਾ ਸੀ ਉਹ ਖੁੱਲ੍ਹਾ ਮੈਦਾਨ ਹੈ। ਅਸੀਂ ਚਾਹੁੰਦੇ ਸੀ ਕਿ ਕਿਸਾਨ ਭਰਾਵਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਉਸ 'ਤੇ ਇੱਕ ਵਾਰੀ ਬਿਠਾ ਦਈਏ ਭਰਾਵਾਂ ਨੂੰ ਔਰ ਫਿਰ ਗੱਲਬਾਤ ਕਰੀਏ। ਚਲੋ ਕੋਈ ਗੱਲ ਨਹੀਂ, ਕਿਸਾਨ ਭਰਾ ਗਰਾਊਂਡ ਦੇ ਵਿੱਚ ਤਾਂ ਤੁਹਾਡੀ ਪਲਾਨਿੰਗ ਸੀ ਕਿ ਕਿਸਾਨ ਇੱਕ ਥਾਂ 'ਤੇ ਇਕੱਠੇ ਹੋ ਜਾਣਗੇ ਤੇ ਪੁਲਿਸ ਉਹਨਾਂ ਨੂੰ ਘੇਰਾ ਪੈ ਜਾਊ, ਪਾਲੂ ਤੇ ਸਾਲ ਬੈਠੇ ਨਾ 2 ਸਾਲ ਬੈਠੇ ਨਾ ਕਿਸੇ ਨੂੰ ਬਾਹਰੋਂ ਅੰਦਰ ਆਉਣ ਦਾ, ਨਾ ਅੰਦਰੋਂ ਕਿਸੇ ਨੇ ਬਾਹਰ ਜਾਣਾ। ਕਿਸਾਨ ਕਹਿ ਰਹੇ ਇਹ ਪਲਾਨਿੰਗ ਸੀ ਤੁਹਾਡੀ? ਨਹੀਂ, ਇਹ ਕਿਸਾਨ ਭਰਾਵਾਂ ਦੀ ਸੋਚ ਗਲਤ ਹੈ। ਇਹ ਸੈਂਟਰ ਸਰਕਾਰ ਹਮੇਸ਼ਾ ਕਿਸਾਨਾਂ ਦੇ ਹਿੱਤ ਵਿੱਚ ਰਹੀ ਹੈ। ਦੇਖੋ ਕਿੰਨੀਆਂ ਤਾਂ ਯੋਜਨਾਵਾਂ ਕਿਸਾਨ ਭਰਾਵਾਂ ਵਾਸਤੇ ਚਲਾਈਆਂ, ਸਿੱਧੀਆਂ ਖਾਤੇ 'ਚ ਪੈਸੇ ਪਾ ਰਹੀਆਂ। ਆਯੁਸ਼ਮਾਨ ਯੋਜਨਾ ਕਿਸਾਨ ਭਰਾਵਾਂ ਨੂੰ ਤਹਿਤ ਲਿਆਂਦਾ 5 ਲੱਖ ਦਾ ਫ੍ਰੀ ਇਲਾਜ, ਸੋਇਲ ਹੈਲਥ ਕਾਰਡ, ਕ੍ਰੈਡਿਟ ਕਾਰਡ, ਫਸਲ ਬੀਮਾ, ਕੋਈ ਵੀ ਅਸੀਂ ਕਸਰ ਨਹੀਂ ਛੱਡ ਰਹੇ ਵੀ ਕਿਸਾਨ ਭਰਾ ਕਿਸੇ ਗੱਲ ਵੱਲੋਂ ਕੋਈ ਪ੍ਰੋਬਲਮ ਨਾ ਹੋਵੇ। ਹੁਣ ਵੀ ਅਸੀਂ ਖੁੱਲ੍ਹੇ ਮਨ ਦੇ ਨਾਲ ਸੈਂਟਰ ਸਰਕਾਰ ਕਿਸਾਨ ਭਰਾਵਾਂ ਨਾਲ ਗੱਲ ਕਰਨ ਲਈ ਤਿਆਰ ਹੈ। ਔਰ ਦੇਖੋ ਕਾਨੂੰਨ ਬਣਦੇ ਆਏ ਨੇ, ਵਿਰੋਧ ਵੀ ਹੁੰਦਾ ਆਇਆ। ਜੇ ਆਪਾਂ ਇਤਿਹਾਸ ਪਰੋਲੀਏ ਤਾਂ ਹਰ ਮਸਲੇ ਦਾ ਹੱਲ ਟੇਬਲ ਟਾਕ ਹੈ। ਹੁਣ ਟੇਬਲ ਟਾਕ 3 ਦਸੰਬਰ ਨੂੰ ਵੀ ਟੇਬਲ ਟਾਕ ਹੀ ਹੋਣੀ ਸੀ ਔਰ ਇਹ ਇਸ ਤੋਂ ਪਹਿਲਾਂ ਹੋ ਜਾਏਗੀ। ਤੁਸੀਂ ਕਹਿੰਦੇ ਪਏ ਹੋ ਕਾਨੂੰਨ ਸਾਰੇ ਸਹੀ ਹੈ, ਇਕੱਲੇ ਪੰਜਾਬ ਵਾਲੇ ਰੌਲਾ ਪਾਈ ਜਾਂਦੇ। ਹੁਣ ਤਾਂ ਹਿਮਾਚਲ ਵਾਲੇ ਨੇ ਕਹਿ ਤਾ ਬਸ 1 ਤਰੀਕ ਤੱਕ ਜੇ ਵਾਪਸ ਕਰਦੇ ਆ ਠੀਕ ਹੈ, ਨਹੀਂ ਤਾਂ ਅਸੀਂ ਵੀ ਪਹੁੰਚਦੇ ਹਾਂ, ਯੂਪੀ ਵਾਲੇ ਅਸੀਂ ਆਈ ਜਾਂਦੇ ਆ। ਫਿਰ ਇਹਦਾ ਮਤਲਬ ਵੀ ਪੰਜਾਬ ਵਾਲੇ ਪਾਗਲ ਸੀ, ਹੁਣ ਦੂਸਰੇ ਵੀ ਪਾਗਲ ਲੱਗਦੇ ਤੁਹਾਨੂੰ ਵੀ ਉਹ ਜਿਹੜੇ ਹੈਗੇ ਉਹ ਵੀ ਇਸ ਦੇ ਵਿਰੋਧ ਕਰਦੇ ਪਏ? ਨਹੀਂ, ਪਾਗਲ ਤਾਂ ਕੋਈ ਵੀ ਨਹੀਂ ਹੁੰਦਾਗਾ। ਸ਼ਾਇਦ ਕੋਈ ਕਿਸਾਨ ਭਰਾਵਾਂ ਨੂੰ ਮਨ ਵਿੱਚ ਡਾਊਟ ਰਹਿ ਗਿਆ ਹੋਵੇ, ਉਹ ਡਾਊਟ ਨੂੰ ਕਲੀਅਰ ਕਰਨ ਵਾਸਤੇ, ਸੈਟੀਸਫਾਈ ਕਰਨ ਵਾਸਤੇ ਇਹ ਟੇਬਲ ਟਾਕ ਤੇ ਗੱਲਬਾਤ ਹੋ ਰਹੀ ਹੈ। ਸਭ ਠੀਕ ਹੋ ਜਾਏਗਾ। ਤੇ ਜੀ ਇਹੀ ਤੁਸੀਂ ਪਹਿਲਾਂ ਬਗੈਰ ਸ਼ਰਤਾਂ ਤੋਂ ਤੁਸੀਂ ਗੱਲ ਮੰਨ ਲੈਂਦੇ ਤੇ ਜਿੰਨੇ ਵੀ ਕਿਸਾਨ ਜਿਹੜੇ ਹੈਗੇ ਉਹ ਸ਼ਹੀਦ ਹੋ ਗਏ ਹੈ ਧਰਨਾ ਦਿੰਦੇ ਹੋਇਆ, ਕਿਸੇ ਨੇ ਪੰਪ ਦੇ ਅੱਗੇ ਧਰਨਾ ਦਿੱਤਾ, ਕਿਸੇ ਨੇ ਬੀਜੇਪੀ ਦੇ ਘਰ ਦੇ ਅੱਗੇ ਧਰਨਾ ਦਿੱਤਾ, ਉਹ ਸ਼ਹੀਦ ਹੋ ਗਏ, ਉਹਨਾਂ ਦੀਆਂ ਜਾਨਾਂ ਐਵੇਂ ਚਲੀਆਂ ਗਈਆਂ, ਉਹਦੇ ਬਾਰੇ ਕੀ ਕਹਿੰਦੇ ਤੁਸੀਂ? ਨਹੀਂ, ਅਸੀਂ ਇਹ ਕਿਸਾਨ ਭਰਾਵਾਂ ਨੂੰ ਇੰਤਜ਼ਾਰ ਕਰ ਲੈਣਾ ਚਾਹੀਦਾ ਸੀ 3 ਦਸੰਬਰ ਦਾ। ਦੇਖੋ ਧਰਨੇ ਦਾ ਕੋਈ ਹੱਲ ਨਹੀਂ ਨਾ ਹੁੰਦਾ, ਹੱਲ ਤਾਂ ਟੇਬਲ ਟਾਕ ਹੀ ਹੈ। ਜਿੰਨਾ ਚਿਰ ਆਪਾਂ ਆਪਸ ਵਿੱਚ ਬੈਠਾਂਗੇ ਨਹੀਂ, ਸੈਂਟਰ ਸਰਕਾਰ ਤਾਂ ਪਹਿਲਾਂ ਹੀ ਤੁਹਾਨੂੰ ਇਹ ਤਾਂ ਲੱਗਦਾ ਨਾ ਵੀ ਕਿਤਨਾ ਕਿਤੇ ਸਰਕਾਰ, ਤੁਹਾਡੀ ਸਰਕਾਰ ਜਿਹੜੀ ਹੈਗੀ ਆ ਉਹ ਨਰਮ ਤਾਂ ਹੋਈ ਹੈ ਨਾ। ਪਹਿਲਾਂ ਤਾਂ ਸ਼ਰਤਾਂ ਰੱਖਦੀ, ਹੁਣ ਕਹਿੰਦੇ ਸਾਡੀ ਸ਼ਰਤ ਹੀ ਕੋਈ ਨਹੀਂ, ਦੱਸੋ ਤੁਸੀਂ ਕਿੱਥੇ ਆਈਏ ਅਸੀਂ ਉੱਥੇ ਆਉਣ ਨੂੰ ਤਿਆਰ। ਹੁਣ ਤਾਂ ਕਹਿੰਦੇ ਸ਼ਰਤ ਹੀ ਸਾਡੀ ਕੋਈ ਨਹੀਂ, ਜਿੱਥੇ ਤੁਸੀਂ ਬੈਠੇ ਉੱਥੇ ਗੱਲ ਕਰਾਂਗੇ ਤੇ ਸਾਡੇ ਵੱਲੋਂ ਕੋਈ ਸ਼ਰਤ ਨਹੀਂ ਹੋਊਗੀ। ਪਹਿਲਾਂ ਕਹਿੰਦੇ ਸਾਡੇ ਵੱਲੋਂ ਸ਼ਰਤ ਹੈ, ਹੁਣ ਕਹਿੰਦੇ ਸਾਡੇ ਵੱਲੋਂ ਸ਼ਰਤ ਨਹੀਂ ਹੋਊ। ਕਿਤੇ ਨਾ ਕਿਤੇ ਤੁਹਾਡੀ ਸਰਕਾਰ ਨੇ ਭਿਆਨ ਤੱਕ ਕੀਤੀ ਹੈ। ਨਹੀਂ, ਸ਼ਰਤ ਤਾਂ ਪਹਿਲਾਂ ਵੀ ਕੋਈ ਨਹੀਂ ਸੀ, ਅਸੀਂ ਤਾਂ ਪਹਿਲਾਂ ਵੀ ਕਹਿ ਰਹੇ ਸੀ। ਸੀਗੀ ਸ਼ਰਤ, ਉਹਨਾਂ ਨੇ ਕਿਹਾ ਸੀਗਾ ਤੁਸੀਂ ਉੱਥੇ ਜਾ ਕੇ ਬੈਠੋ, ਅਸੀਂ ਵੇਖਾਂਗੇ ਕੱਲ੍ਹ ਨੂੰ ਆਉਂਦੇ ਹਾਂ, ਕਿਸੇ ਪਰਸੋਂ ਆਉਂਦੇ ਹਾਂ, ਤੁਸੀਂ ਜਾ ਕੇ ਗਰਾਊਂਡ 'ਚ ਬੈਠੋ ਉੱਥੇ, ਉਸ ਤੋਂ ਬਾਅਦ ਅਸੀਂ ਆਵਾਂਗੇ। ਹੁਣ ਕਹਿੰਦੇ ਸਾਡੀ ਸ਼ਰਤ ਹੀ ਕੋਈ ਨਹੀਂ ਜੀ। ਉਹ ਨਹੀਂ ਜੀ, ਪਹਿਲਾਂ ਵੀ ਅਸੀਂ ਇਹ ਕਹਿ ਰਹੇ ਸੀ ਕਿਸਾਨ ਭਰਾ ਮੌਸਮ ਖਰਾਬ ਹੈ, ਸਰਦੀ ਦਾ ਮੌਸਮ ਹੈ, ਕਿਸਾਨ ਭਰਾਵਾਂ ਨੂੰ ਕੋਈ ਤਕਲੀਫ ਨਾ ਹੋਵੇ, ਇਸ ਕਰਕੇ ਅਸੀਂ ਉਹਨਾਂ ਨੂੰ ਬਰਾੜੀ ਜਿਹੜਾ ਮੈਦਾਨ ਹੈ, ਨਿਰੰਕਾਰੀ ਭਵਨ ਹੈਗਾ, ਬਹੁਤ ਵੱਡਾ ਹੈ, ਹਰ ਫੈਸਿਲਿਟੀ ਆ ਉੱਥੇ। ਅਸੀਂ ਕਿਸਾਨ ਭਰਾਵਾਂ ਦੀ ਤਕਲੀਫ ਨੂੰ ਵੀ ਕੋਈ ਨਾ ਹੋਵੇ ਦਿੱਲੀ ਦੇ ਵਿੱਚ, ਉਸ ਕਰਕੇ ਅਸੀਂ ਉਹਨਾਂ ਨੂੰ ਉਹ ਜਗ੍ਹਾ ਦਿੱਤੀ ਹੈ। ਅਗਰ ਕਿਸਾਨ ਭਰਾਵਾਂ ਨੂੰ ਨਹੀਂ ਉੱਥੇ ਜਾਣਾ ਚਾਹੁੰਦੇ ਤਾਂ ਅਸੀਂ ਫਿਰ ਵੀ ਗੱਲਬਾਤ ਕਰਨ ਲਈ ਤਿਆਰ ਹਾਂ। ਅਸੀਂ ਆਪ ਟੈਲੀਫੋਨ ਕੀਤਾ ਕਿਸਾਨ ਭਰਾਵਾਂ। ਹੁਣ ਤੁਸੀਂ ਕਿਵੇਂ ਮੰਨਦੇ ਹੋ? ਪਹਿਲਾਂ ਤਾਂ ਪੰਜਾਬ ਦੇ ਕਿਸਾਨ ਸੀਗੇ, ਉਹ ਰੌਲਾ ਪਾਉਂਦੇ ਸੀਗੇ ਵੀ ਇਹ ਕਾਨੂੰਨ ਮਾੜਾ ਹੈ, ਕਾਨੂੰਨ ਮਾੜਾ ਹੈ, ਤੇ ਹੁਣ ਤਾਂ ਯੂਪੀ ਵਾਲੇ ਵੀ ਨਾਲ ਆ ਗਏ ਆ, ਹਿਮਾਚਲ ਵਾਲੇ ਵੀ ਆ ਰਹੇ ਆ, ਤੇ ਤੁਹਾਨੂੰ ਲੱਗਦਾ ਵੀ ਹੁਣ ਤੁਹਾਡੀ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਚਾਹੀਦੇ? ਦੇਖੋ ਕਾਨੂੰਨ ਤਾਂ ਪਹਿਲਾਂ ਵੀ ਕੋਈ ਮਾੜੇ ਨਹੀਂ ਸੀ, ਅੱਜ ਵੀ ਕੋਈ ਮਾੜੇ ਨਹੀਂ। ਸ਼ਾਇਦ ਮਤਲਬ ਕਿ ਆਪਸ ਵਿੱਚ ਕੋਈ ਇਹਨਾਂ ਦੀ ਮਿਸਅੰਡਰਸਟੈਂਡਿੰਗ ਹੋ ਗਈ ਹੈ। ਦੇਖੋ ਕਾਨੂੰਨ ਕਿੱਥੇ ਮਾੜੇ ਹੈ, ਅਸੀਂ ਕੀ ਚੀਜ਼ ਬਦਲੀ ਹੈ? ਦੇਖੋ ਸਾਰੀਆਂ ਸਟੇਟਾਂ ਜਿਹੜੀਆਂ ਹੈਗੀਆਂ ਸਹਿਮਤੀ ਦੇ ਰਹੀਆਂ ਕਿਸਾਨਾਂ ਨੂੰ, ਤੁਸੀਂ ਕਿਉਂ ਕਹਿ ਰਹੇ ਕਾਨੂੰਨ ਮਾੜੇ ਨਹੀਂ? ਸੋਸ਼ਲ ਮੀਡੀਆ ਤੇ ਘੁੰਮ ਰਿਹਾ ਹੈ, ਕਾਫੀ ਲੇਡੀਜ਼ ਜੈਂਟਸ ਕਹਿ ਰਹੇ ਆ ਕਿ ਇਹਨਾਂ ਦੇ ਜਿਹੜੇ ਉੱਥੇ ਦਿੱਗਜ ਨੇਤਾ ਜਿਹੜੇ ਬੈਠੇ, ਇਹਨਾਂ ਦਾ ਆਪਦਾ ਪਰਿਵਾਰ ਹੈ ਨਹੀਂ, ਉਹਨਾਂ ਨੂੰ ਕੀ ਪਤਾ ਵੀ ਪਰਿਵਾਰ ਕਿਵੇਂ ਚਲਾਉਣੇ ਆ, ਉਹਨਾਂ ਨੂੰ ਕੀ ਪਤਾ ਦੇਸ਼ ਕਿਵੇਂ ਚਲਾਉਣਾ, ਇਹ ਗੱਲਾਂ ਕਹਿ ਰਹੇ ਆ। ਦੇਖੋ MSP ਦਾ ਨਾਲ ਇਹਨਾਂ ਦਾ ਕਾਨੂੰਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਉਹ ਪਹਿਲਾਂ ਵੀ ਚੱਲਦੀ ਆ ਰਹੀ ਹੈ, ਹੁਣ ਵੀ ਚੱਲਦੀ ਰਹੂਗੀ। ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਵੀ MSP ਚੱਲਦੀ ਰਹੂਗੀ, ਕਿ ਮੰਡੀਆਂ ਚੱਲਦੀਆਂ ਰਹਿਣਗੀਆਂ, ਖਰੀਦ ਉਸੇ ਤਰ੍ਹਾਂ ਚੱਲਦੀ ਰਹੂਗੀ। ਕੰਟਰੈਕਟ ਫਾਰਮਿੰਗ ਦਾ ਜਿਹੜਾ ਹੈਗਾ ਉਹ ਪਹਿਲਾਂ ਵੀ ਕਾਨੂੰਨ ਕਾਂਗਰਸ ਸਰਕਾਰ ਨੇ ਬਣਾਇਆ ਸੀ, ਉਦੋਂ ਕੋਈ ਨਹੀਂ ਬੋਲਿਆ। ਜੇ ਹੁਣ ਬਣਾਇਆ ਹੈ ਉਹ ਵੀ ਕੋਈ ਜ਼ਬਰਦਸਤੀ ਨਹੀਂ ਹੈ। ਅਗਰ ਕਿਸਾਨ ਭਰਾ ਕਰਨਾ ਚਾਹਣ ਤਾਂ ਕਰ ਸਕਦੇ ਨੇ ਕੰਟਰੈਕਟ ਫਾਰਮਿੰਗ, ਨਹੀਂ ਕਰਨਾ ਚਾਹਣ ਪਹਿਲੀ ਵਿਵਸਥਾ ਵਿੱਚ ਵੇਚ ਲੈਣ। ਤੇ ਪਰ ਇਹਨਾਂ ਕੋਈ ਸਮਝਣ ਦੇ ਵਿੱਚ ਸ਼ਾਇਦ ਇਹਨਾਂ ਨੂੰ ਕੋਈ ਵਹਿਮ ਹੋ ਗਿਆ ਹੋਵੇ, ਕੋਈ ਸ਼ੱਕ ਹੋ ਗਿਆ ਹੋਵੇ, ਉਹ ਕੱਲ੍ਹ ਟੇਬਲ ਟਾਕ 'ਤੇ ਕਲੀਅਰ ਕਰ ਲੈਣਗੇ।
ਫਿਲਹਾਲ ਤੁਸੀਂ ਜਿਹੜੇ ਤੁਹਾਡੇ ਪੁਰਾਣੇ ਤੁਹਾਡੇ ਬਿਆਨ ਸੀ, ਤੁਸੀਂ ਉਸੇ ਬਿਆਨਾਂ ਤੇ ਅੜੇ ਹੋ ਕਿ ਕਾਨੂੰਨ ਸਹੀ ਹੈ? ਅਸੀਂ ਤਾਂ ਅੱਜ ਵੀ ਕਹਿੰਦੇ ਹਾਂ ਕਾਨੂੰਨ ਸਹੀ ਹੈ। ਹੋ ਸਕਦਾ ਕੋਈ ਇਹਨਾਂ ਨੂੰ ਕਿਸਾਨ ਭਰਾਵਾਂ ਨੂੰ ਸਮਝਣ ਵਿੱਚ ਕੋਈ ਦਿੱਕਤ ਆਉਂਦੀ ਹੋਵੇ ਜਾਂ ਕੋਈ ਕੁਝ ਜੋ ਚਾਹੁੰਦੇ ਹੋਣ। ਖੁੱਲ੍ਹੇ ਮਨ ਦੇ ਨਾਲ ਸੈਂਟਰ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਸੁਣਨ ਨੂੰ ਤਿਆਰ ਹੈ ਔਰ ਕੱਲ੍ਹ ਖੁੱਲ੍ਹੇ ਮਨ ਨਾਲ ਗੱਲਬਾਤ ਹੋਊਗੀ ਤਾਂ ਵੱਡੇ ਵੱਡੇ ਮਸਲੇ ਟੇਬਲ ਟਾਕ ਨਾਲ ਹੱਲ ਹੋ ਜਾਂਦੇ ਨੇ, ਇਹ ਵੀ ਹੋ ਜਾਊਗਾ। ਥੈਂਕ ਯੂ। ਸੋ ਇਹ ਸਨ ਸੁਨੀਤਾ ਗਰਗ, ਪੰਜਾਬ ਦੇ ਜਨਰਲ ਸੈਕਟਰੀ ਆ, ਜੋ ਪਹਿਲਾਂ ਵਾਲੇ ਬਿਆਨਾਂ ਦੇ ਉੱਪਰ ਖੜੇ ਸੀ, ਉਸੇ ਬਿਆਨਾਂ 'ਤੇ ਅੱਜ ਵੀ ਖੜੇ ਆ ਕਿ ਇਹ ਕਾਨੂੰਨ ਕਿਸਾਨਾਂ ਲਈ ਠੀਕ ਹੈ। ਪਰ ਦੇਖਣਾ ਹੈਗਾ ਕੱਲ੍ਹ ਦੀ ਰੱਖੀ ਹੋਈ ਮੀਟਿੰਗ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦਾ ਨਿਚੋੜ ਲੈ ਕੇ ਆਉਂਦੀ ਹੈ, ਉਹਦੇ 'ਚ ਕੀ ਨਿਕਲਦਾ ਹੈ। ਫਿਲਹਾਲ ਸੈਂਟਰ ਸਰਕਾਰ ਜਿਹੜੀ ਹੈਗੀ ਹੈ ਉਹ ਜ਼ਰੂਰ ਮੰਨੀ ਆ, ਬਗੈਰ ਸ਼ਰਤਾਂ ਤੋਂ ਬਥੇਰੀਆਂ ਸ਼ਰਤਾਂ ਰੱਖੀਆਂ ਗਈਆਂ ਸੀਗੀਆਂ, ਪਰ ਉਸ ਤੋਂ ਬਾਅਦ ਹੁਣ ਕੋਈ ਸ਼ਰਤ ਨਹੀਂ ਰੱਖੀ ਗਈ। ਉਹ ਕਹਿੰਦੇ ਦੱਸੋ ਤੁਸੀਂ ਮਿਲਣਾ ਕਿੱਥੇ ਹੈ। ਸੋ ਦੇਖਣਾ ਹੋਵੇਗਾ ਕਿ ਕੱਲ੍ਹ ਨੂੰ ਕਿਸਾਨਾਂ ਵਾਸਤੇ ਕਿਸ ਤਰ੍ਹਾਂ ਦੀ ਖਬਰ ਨਿਕਲ ਕੇ ਆਉਂਦੀ ਹੈ। ਮੈਂ ਸੁਨੀਲ ਜੰਦਲ, ਪ੍ਰਾਈਮ ਦੇ ਕੋਟਕਪੂਰਾ।